ओम शांति। आज 13/11/2022 ਦੀ ਬਾਣੀ ਹੈ। ਬਾਪ ਦਾਦਾ ਦਾ ਅਵਿਅਕਤ ਰਿਵਾइज कोर्स की तारीख 10/12/1992। ਅੱਜ ਬਾਪ ਦਾਦਾ ਨੇ ਟਾਈਟਲ ਦਿਆ ਹੈ ਪੂਰਵਜ ਅਤੇ ਪੂਜਯ ਦੀ ਸਮ੍ਰਿਤੀ ਵਿੱਚ ਰਹਿ ਕੇ ਸਰਵ ਦੀ ਅਲੌਕਿਕ ਪਾਲਣਾ ਕਰੋ। ਪੂਰਵਜ ਅਤੇ ਪੂਜਯ ਦੀ ਸਮ੍ਰਿਤੀ ਵਿੱਚ ਰਹਿ ਕੇ ਸਰਵ ਦੀ ਅਲੌਕਿਕ ਪਾਲਣਾ ਕਰੋ। ਅੱਜ ਬਾਪ ਦਾਦਾ ਆਖਦੇ ਨੇ ਅੱਜ ਵਿਸ਼ਵ ਰਚਤਾ ਬਾਪ ਆਪਣੀ ਵਿਸ਼ੇਸ਼ ਰਚਨਾ ਨੂੰ ਵੇਖ ਰਹੇ ਹੈ। ਸਰਵ ਰਚਨਾ ਵਿਸ਼ੇਸ਼ ਸ੍ਰੇਸ਼ਟ ਰਚਨਾ ਤੁਸੀਂ ਬ੍ਰਾਹਮਣ ਆਤਮਾਵਾਂ ਹੈ, ਕਿਉਂਕਿ ਤੁਸੀਂ ਹੀ ਵਿਸ਼ਵ ਦੀ ਪੂਜਯ ਆਤਮਾਵਾਂ ਹੈ। ਇੱਕ ਪਾਸੇ ਪੂਰਵਜ ਹੈ, ਨਾਲ ਪੂਜਯ ਆਤਮਾ ਵੀ ਹੈ। ਉਸ ਕਲਪ ਬ੍ਰਿਖ ਦੀ ਫਾਊਂਡੇਸ਼ਨ ਮਤਲਬ ਜੜ ਤੁਸੀਂ ਬ੍ਰਾਹਮਣ ਆਤਮਾਵਾਂ ਹੈ। ਇਸ ਪੇੜ ਦੇ ਮੂਲ ਆਧਾਰ ਤਨਾ ਵੀ ਤੁਸੀਂ ਹੋ, ਇਸ ਲਈ ਤੁਸੀਂ ਸਭ ਆਤਮਾ ਦੇ ਲਈ ਪੂਰਵਜ ਹੈ। ਸ੍ਰਿਸ਼ਟੀ ਚੱਕਰ ਦੇ ਅੰਦਰ ਵਿਸ਼ੇਸ਼ ਜੋ ਧਰਮ ਪਿਤਾ ਕਹਿਲਾਏ ਜਾਂਦੇ ਹੈ, ਉਹਨਾਂ ਧਰਮ ਪਿਤਾਵਾਂ ਨੂੰ ਵੀ ਤੁਸੀਂ ਪੂਰਵਜ ਆਤਮਾਵਾਂ ਦੁਆਰਾ ਹੀ ਬਾਪ ਦਾ ਸੰਦੇਸ਼ ਪ੍ਰਾਪਤ ਹੁੰਦਾ ਹੈ, ਜਿਸ ਆਧਾਰ ਨਾਲ ਹੀ ਸਮੇਂ ਪ੍ਰਮਾਣ ਉਹ ਧਰਮ ਪਿਤਾ ਆਪਣੇ ਧਰਮ ਦੀਆਂ ਆਤਮਾਵਾਂ ਪ੍ਰਤੀ ਸੰਦੇਸ਼ ਦੇਣ ਦੇ ਨਿਮਿਤ ਬਣਦੇ ਹੈ। ਜਿਵੇਂ ਬ੍ਰਾਹਮਣ ਔਰ ਬ੍ਰਹਮਾ ਬਾਪ ਗ੍ਰੇਟ ਗ੍ਰੈਂਡਫਾਦਰ ਹੈ, ਤਾਂ ਬ੍ਰਹਮਾ ਦੇ ਨਾਲ ਤੁਸੀਂ ਬ੍ਰਾਹਮਣ ਆਤਮਾਵਾਂ ਵੀ ਸਾਥੀ ਹੈ। ਇਸ ਲਈ ਤੁਸੀਂ ਪੂਰਵਜ ਆਤਮਾਵਾਂ ਗਾਈਆਂ ਹੋਈਆਂ ਹੈ। ਬਾਬਾ ਆਖਦੇ ਨੇ ਪੂਰਵਜ ਆਤਮਾਵਾਂ ਦਾ ਡਾਇਰੈਕਟ ਭਾਵੇਂ ਇਨਡਾਇਰੈਕਟ ਸਰਵ ਆਤਮਾ ਨਾਲ ਕਨੈਕਸ਼ਨ ਹੈ। ਜਿਵੇਂ ਵ੍ਰਿਖ ਦੀ ਸਰਵ ਟਾਲੀਆਂ ਦਾ ਸੰਬੰਧ ਜੜ ਅਤੇ ਤਨੇ ਨਾਲ ਜ਼ਰੂਰ ਹੁੰਦਾ ਹੈ, ਭਾਵੇਂ ਕਿਸੇ ਵੀ ਧਰਮ ਦੀ ਛੋਟੀ ਜਾਂ ਵੱਡੀ ਟਾਲੀਆਂ ਹੋਣ, ਲੇਕਿਨ ਸੰਬੰਧ ਖੁਦ ਹੀ ਹੁੰਦਾ ਹੈ। ਤਾਂ ਪੂਰਵਜ ਹੋਏ ਨਾ, ਆਧਾ ਕਲਪਰਾਜ ਅਧਿਕਾਰੀ ਬਣਨ ਦੇ ਬਾਅਦ ਫਿਰ ਪੂਜਯ ਆਤਮਾਵਾਂ ਬਣਦੇ ਹੈ। ਪੂਜਯ ਬਣਨ ਵਿੱਚ ਵੀ ਤੁਸੀਂ ਆਤਮਾਵਾਂ ਵੱਖਰੀ ਪੂਜਾ ਹੋਰ ਕਿਸੇ ਵੀ ਧਰਮ ਦੀਆਂ ਆਤਮਾਵਾਂ ਦੀ ਨਹੀਂ ਹੁੰਦੀ। ਬਾਪ ਦੇ ਕੰਮ ਵਿੱਚ ਜੋ ਤੁਸੀਂ ਬ੍ਰਾਹਮਣ ਸਾਥੀ ਬਣਦੇ ਹੈ, ਉਹਨਾਂ ਦੀ ਵੀ ਦੇਵਤਾ ਜਾਂ ਦੇਵੀ ਦੇ ਰੂਪ ਵਿੱਚ ਵਿਧੀ ਪੂਰਵਕ ਪੂਜਾ ਹੁੰਦੀ ਹੈ। ਹੋਰ ਕਿਸੇ ਵੀ ਧਰਮ ਪਿਤਾ ਦੇ ਸਾਥੀ ਧਰਮ ਦੀ ਪਾਲਣਾ ਕਰਨ ਵਾਲੀਆਂ ਆਤਮਾਵਾਂ ਦੀ ਵਿਧੀ ਪੂਰਵਕ ਪੂਜਾ ਨਹੀਂ ਹੁੰਦੀ। ਗਾਇਆ ਹੁੰਦਾ ਹੈ, ਸਟੈਚੂ ਮੂਰਤ ਬਣਾਉਂਦੇ ਹੈ, ਲੇਕਿਨ ਤੁਹਾਡੇ ਵਰਗੇ ਪੂਜਯ ਨਹੀਂ ਬਣਦੇ। ਤੁਹਾਡਾ ਗਾਇਨ ਵੀ ਹੁੰਦਾ ਹੈ ਅਤੇ ਪੂਜਾ ਵੀ ਹੁੰਦੀ ਹੈ। ਗਾਇਨ ਦੀ ਵਿਧੀ ਵੀ ਤੁਸੀਂ ਬ੍ਰਾਹਮਣ ਆਤਮਾਵਾਂ ਦੀ ਸਭ ਤੋਂ ਨਿਆਰੀ ਹੈ। ਜਿਵੇਂ ਤੁਸੀਂ ਦੇਵਤਾਂ ਦਾ ਗਾਇਨ ਬਹੁਤ ਸੁੰਦਰ ਰੂਪ ਨਾਲ ਕੀਰਤਨ ਦੇ ਰੂਪ ਵਿੱਚ ਹੁੰਦਾ ਹੈ, ਆਰਤੀ ਦੇ ਰੂਪ ਵਿੱਚ ਹੁੰਦਾ ਹੈ, ਇਵੇਂ ਦੂਜੀਆਂ ਆਤਮਾਵਾਂ ਦਾ ਗਾਇਨ ਇਸ ਤਰ੍ਹਾਂ ਦੇ ਨਾਲ ਨਹੀਂ ਹੁੰਦਾ। ਇਵੇਂ ਕਿਉਂ ਹੁੰਦਾ ਹੈ? ਕਿਉਂਕਿ ਤੁਸੀਂ ਸ੍ਰੇਸ਼ਟ ਰਚਨਾ ਪੂਰਵਜ ਅਤੇ ਪੂਜਯ ਹੈ। ਆਦਿ ਆਤਮਾਵਾਂ ਆਪ ਬ੍ਰਾਹਮਣ ਆਤਮਾਵਾਂ ਹੈ, ਕਿਉਂਕਿ ਆਦਿ ਦੇਵ ਬ੍ਰਹਮਾ ਦੇ ਸਹਿਯੋਗੀ ਸ੍ਰੇਸ਼ਟ ਕੰਮ ਦੇ ਨਿਮਿਤ ਬਣੇ ਹੈ। ਅਨਾਦਿ ਰੂਪ ਵਿੱਚ ਵੀ ਪਰਮ ਆਤਮਾ ਦੇ ਅਤੀ ਸਮੀਪ ਰਹਿਣ ਵਾਲੇ ਹੈ। ਆਤਮਾਵਾਂ ਦਾ ਜੋ ਚਰਿੱਤਰ ਵਿਖਾਉਂਦੇ ਹੈ, ਉਸ ਵਿੱਚ ਸਭ ਤੋਂ ਸਮੀਪ ਆਤਮਾਵਾਂ ਕਿਹੜੀਆਂ ਵਿਖਾਉਂਦੇ ਹੈ? ਉਸ ਵਿੱਚ ਤੁਸੀਂ ਹੈ। ਤਾਂ ਅਨਾਦਿ ਰੂਪ ਵਿੱਚ ਵੀ ਅਤੀ ਸਮੀਪ ਹੈ, ਜਿਸ ਨੂੰ ਡਬਲ ਵਿਦੇਸ਼ੀ ਕਹਿੰਦੇ ਹੈ, ਨੀਅਰੈਸਟ ਅਤੇ ਡੀਅਰੈਸਟ। ਇਵੇਂ ਆਪਣੇ ਨੂੰ ਸਮਝਦੇ ਹੈ। ਬਾਬਾ ਆਖਦੇ ਨੇ ਪੂਰਵਜ ਦਾ ਕੀ ਕੰਮ ਹੁੰਦਾ ਹੈ? ਪੂਰਵਜ ਸਭ ਦੀ ਸੰਭਾਲ ਕਰਦੇ ਹੈ, ਵੱਡਿਆਂ ਦੀ ਪਾਲਣਾ ਹੀ ਪ੍ਰਸਿੱਧ ਹੁੰਦੀ ਹੈ। ਤਾਂ ਤੁਸੀਂ ਸਭ ਪੂਰਵਜ ਆਤਮਾਵਾਂ ਸਰਵ ਆਤਮਾਵਾਂ ਦੀ ਪਾਲਣਾ ਕਰ ਰਹੇ ਹੈ, ਜਾਂ ਸਿਰਫ ਆਪਣੇ ਆਲੇ ਦੁਆਲੇ ਸਟੂਡੈਂਟ ਦੀ ਪਾਲਣਾ ਕਰਦੇ ਹੈ, ਜਾਂ ਸੰਬੰਧ ਸੰਪਰਕ ਵਾਲੀਆਂ ਆਤਮਾ ਦੀ ਪਾਲਣਾ ਕਰਦੇ ਹੈ। ਸਾਰੇ ਵਿਸ਼ਵ ਦੀਆਂ ਆਤਮਾਵਾਂ ਦੇ ਪੂਰਵਜ ਹੈ, ਜਾਂ ਸਿਰਫ ਬ੍ਰਾਹਮਣ ਆਤਮਾਵਾਂ ਦੇ ਪੂਰਵਜ ਹੈ। ਜੋ ਜੜ ਜਾਂ ਤਨਾ ਹੁੰਦਾ ਹੈ, ਉਹ ਸਾਰੇ ਵ੍ਰਿਕਸ਼ ਦੇ ਲਈ ਹੁੰਦਾ ਹੈ, ਜਾਂ ਸਿਰਫ ਆਪਣੇ ਤਨਾ ਦੇ ਲਈ ਹੀ ਹੁੰਦਾ ਹੈ? ਸਭ ਟਾਲੀਆਂ ਦੇ ਲਈ ਹੁੰਦਾ ਹੈ ਨਾ। ਜੜ ਅਤੇ ਤਨਾ ਦੁਆਰਾ ਸਾਰੇ ਇਹ ਵ੍ਰਿਕਸ਼ ਦੇ ਪੱਤਿਆਂ ਨੂੰ ਪਾਣੀ ਮਿਲਦਾ ਹੈ, ਜਾਂ ਸਿਰਫ ਥੋੜੀਆਂ ਟਾਲੀਆਂ ਨੂੰ ਪਾਣੀ ਮਿਲਦਾ ਹੈ? ਸਭ ਨੂੰ ਮਿਲਦਾ ਹੈ ਨਾ। ਲਾਸਟ ਵਾਲੇ ਪੱਤੇ ਨੂੰ ਵੀ ਮਿਲਦਾ ਹੈ। ਇੰਨੇ ਬੇਹੱਦ ਦਾ ਨਸ਼ਾ ਹੈ, ਜਾਂ ਬੇਹੱਦ ਤੋਂ ਹੱਦ ਵਿੱਚ ਵੀ ਆ ਜਾਂਦੇ ਹੈ। ਕਿੰਨੀ ਸੇਵਾ ਕਰਨੀ ਹੈ।
ਹਰ ਇੱਕ ਪੱਤੇ ਨੂੰ ਪਾਣੀ ਦੇਣਾ ਹੈ। ਮਤਲਬ ਸਰਵ ਆਤਮਾਵਾਂ ਦੀ ਪਾਲਣਾ ਕਰਨ ਦੇ ਨਿਮਿਤ ਹੈ। ਕਿਸੇ ਵੀ ਧਰਮ ਦੀ ਆਤਮਾਵਾਂ ਨੂੰ ਮਿਲਦੇ ਹੈ ਜਾਂ ਵੇਖਦੇ ਵੀ ਹੈ ਤਾਂ ਹੇ ਪੂਰਵਜ ਆਤਮਾਓ, ਇਵੇਂ ਅਨੁਭਵ ਕਰਦੇ ਹੋ ਕਿ ਇਹ ਸਭ ਆਤਮਾਵਾਂ ਸਾਡੇ ਗ੍ਰੇਟ ਗ੍ਰੈਂਡਫਾਦਰ ਦੀ ਵੰਸ਼ਾਵਲੀ ਹੈ। ਅਸੀਂ ਬ੍ਰਾਹਮਣ ਆਤਮਾਵਾਂ ਵੀ ਮਾਸਟਰ ਗ੍ਰੇਟ ਗ੍ਰੈਂਡਫਾਦਰ ਹਾਂ, ਮਤਲਬ ਪੂਰਵਜ ਹਾਂ। ਇਹ ਸਭ ਸਾਡੇ ਹੈ ਜਾਂ ਸਿਰਫ ਬ੍ਰਾਹਮਣ ਆਤਮਾਵਾਂ ਸਾਡੀਆਂ ਹੈ। ਜਦ ਭਰਾ ਕਹਿੰਦੇ ਹੈ ਤਾਂ ਤੁਸੀਂ ਪੂਰਵਜ ਆਤਮਾਵਾਂ ਵੱਡੇ ਭਰਾ ਮਤਲਬ ਬਾਪ ਸਮਾਨ ਹੈ। ਇਸ ਸਮ੍ਰਿਤੀ ਨੂੰ ਹੀ ਪ੍ਰੈਕਟੀਕਲ ਲਾਈਫ ਵਿੱਚ ਅਨੁਭਵ ਕਰਨਾ ਹੈ ਅਤੇ ਕਰਾਉਣਾ ਹੈ। ਤੁਸੀਂ ਸਾਰੇ ਪੂਰਵਜ ਆਤਮਾਵਾਂ ਦੀ ਪਾਲਣਾ ਦਾ ਸਵਰੂਪ ਕੀ ਹੈ? ਲੌਕਿਕ ਜੀਵਨ ਵਿੱਚ ਵੀ ਪਾਲਣਾ ਦਾ ਆਧਾਰ ਕੀ ਹੁੰਦਾ ਹੈ? ਪਾਲਣਾ ਕਰਨਾ ਮਤਲਬ ਕਿਸੇ ਨੂੰ ਵੀ ਸ਼ਕਤੀਸ਼ਾਲੀ ਬਣਾਉਣਾ ਹੈ। ਕਿਸੇ ਵੀ ਵਿਧੀ ਨਾਲ, ਸਾਧਨਾ ਨਾਲ ਪਾਲਣਾ ਦੁਆਰਾ ਸ਼ਕਤੀਸ਼ਾਲੀ ਬਣਾਉਂਦੇ ਹੈ, ਭਾਵੇਂ ਭੋਜਨ ਦੁਆਰਾ, ਭਾਵੇਂ ਪੜ੍ਹਾਈ ਦੁਆਰਾ। ਪਰ ਪਾਲਣਾ ਦਾ ਪ੍ਰਤੱਖ ਸਵਰੂਪ ਆਤਮਾ ਵਿੱਚ ਸ਼ਕਤੀ, ਸਰੀਰ ਵਿੱਚ ਸ਼ਕਤੀ ਆਉਂਦੀ ਹੈ ਤਾਂ ਪਾਲਣਾ ਦਾ ਪ੍ਰਤੱਖ ਸਵਰੂਪ ਹੋਇਆ ਸ਼ਕਤੀਸ਼ਾਲੀ ਬਣਾਉਣਾ। ਬਾਬਾ ਆਖਦੇ ਨੇ, ਤੁਸੀਂ ਪੂਰਵਜ ਆਤਮਾਵਾਂ ਦਾ ਪਾਲਣਾ ਦੀ ਵਿਧੀ ਕੀ ਹੈ? ਅਲੌਕਿਕ ਪਾਲਣਾ ਦਾ ਸਵਰੂਪ ਹੈ ਖੁਦ ਵਿੱਚ ਬਾਪ ਦੁਆਰਾ ਪ੍ਰਾਪਤ ਹੋਈਆਂ ਸਰਵ ਸ਼ਕਤੀਆਂ ਦੂਜੀਆਂ ਆਤਮਾਵਾਂ ਵਿੱਚ ਭਰਨਾ। ਜਿਸ ਆਤਮਾਵਾਂ ਨੂੰ ਜਿਸ ਸ਼ਕਤੀ ਦੀ ਜ਼ਰੂਰਤ ਹੈ ਉਸ ਦੀ ਉਸ ਸਮੇਂ ਉਸ ਸ਼ਕਤੀ ਦੁਆਰਾ ਪਾਲਣਾ ਕਰਨਾ। ਇਵੇਂ ਪਾਲਣਾ ਕਰਨੀ ਆਉਂਦੀ ਹੈ। ਪੂਰਵਜ ਤਾਂ ਹੈ ਨਾ? ਸਾਰੀ ਪੂਰਵਜ ਆਤਮਾਵਾਂ ਹੈ ਕਿ ਛੋਟੇ ਹੈ? ਸਾਰੀ ਪੂਰਵਜ ਹੈ ਜਾਂ ਕੋਈ ਵਿਸ਼ੇਸ਼ ਆਤਮਾਵਾਂ ਹੈ? ਤਾਂ ਪੂਰਵਜਾਂ ਨੂੰ ਪਾਲਣਾ ਕਰਨੀ ਆਉਂਦੀ ਹੈ ਨਾ? ਸਿਰਫ ਸੈਂਟਰ ਦੀ ਪਾਲਣਾ ਕਰਦੇ ਹੈ ਜਾਂ ਸਾਰੇ ਵਿਸ਼ਵ ਦੀ ਪਾਲਣਾ ਤੁਸੀਂ ਆਤਮਾਵਾਂ ਕਰਦੀਆਂ ਹੈ? ਸਿਰਫ ਪ੍ਰਵਿਰਤੀ ਦੀ ਪਾਲਣਾ ਕਰਦੇ ਹੈ ਜਾਂ ਵਿਸ਼ਵ ਦੀ ਪਾਲਣਾ ਕਰਦੇ ਹੈ? ਵਰਤਮਾਨ ਸਮੇਂ ਤੁਸੀਂ ਪੂਰਵਜ ਆਤਮਾ ਦੇ ਪਾਲਣਾ ਦੀ ਸਰਵ ਆਤਮਾਵਾਂ ਨੂੰ ਜ਼ਰੂਰਤ ਹੈ। ਸਮਾਚਾਰ ਤਾਂ ਸਭ ਇੰਟਰਨੈਸ਼ਨਲ ਨਾਲ ਇੰਟਰਸਟ ਨਾਲ ਸੁਣਦੇ ਹੈ ਕੀ ਹੋ ਰਿਹਾ ਹੈ। ਅਯੋਧਿਆ ਦੀ ਘਟਨਾ ਦੇ ਬਾਅਦ ਕਈ ਸਾਧਨਾ ਤੋਂ ਹਿੰਸਾ ਦੇ ਸਮਾਚਾਰ ਮਿਲ ਰਹੇ ਹੈ, ਪਰ ਪੂਰਵਜ ਆਤਮਾ ਨੇ ਸਮਾਚਾਰ ਸੁਣਨ ਤੇ ਬਾਅਦ ਸਰਵ ਦੀ ਪਾਲਣਾ ਕੀਤੀ। ਅਸ਼ਾਂਤੀ ਦੇ ਸਮੇਂ ਤੁਸੀਂ ਪੂਰਵਜ ਆਤਮਾ ਦਾ ਹੋਰ ਵਿਸ਼ੇਸ਼ ਕੰਮ ਆਪੇ ਹੀ ਹੋ ਜਾਂਦਾ ਹੈ। ਤਾਂ ਹੇ ਪੂਰਵਜ, ਆਪਣੇ ਪਾਲਣਾ ਦੀ ਸੇਵਾ ਵਿੱਚ ਲੱਗ ਜਾਓ। ਜਿਵੇਂ ਅਸ਼ਾਂਤੀ ਦੇ ਸਮੇਂ ਵਿਸ਼ੇਸ਼ ਪੁਲਿਸ ਅਤੇ ਮਿਲਟਰੀ ਸਮਝਦੀ ਹੈ ਕਿ ਇਹ ਸਾਡਾ ਕੰਮ ਹੈ ਅਸ਼ਾਂਤੀ ਨੂੰ ਸ਼ਾਂਤ ਕਰਨਾ, ਆਰਡਰ ਦੁਆਰਾ ਪਹੁੰਚ ਜਾਂਦੇ ਹੈ ਅਤੇ ਇਸ ਟਾਈਮ ਦੇ ਵਿਸ਼ੇਸ਼ ਅਟੈਂਸ਼ਨ ਨਾਲ ਆਪਣੀ ਸੇਵਾ ਦੇ ਲਈ ਅਲਰਟ ਹੋ ਜਾਂਦੇ ਹੈ। ਤੁਸੀਂ ਸਭ ਹਲਚਲ ਦਾ ਸਮਾਚਾਰ ਤਾਂ ਸੁਣਿਆ, ਪਰ ਸੇਵਾ ਵਿੱਚ ਅਲਰਟ ਹੋਏ ਜਾਂ ਸੁਣਨ ਦਾ ਹੀ ਆਨੰਦ ਲਿੱਤਾ। ਆਪਣਾ ਪੂਰਵਜਪਨ ਸਮ੍ਰਿਤੀ ਵਿੱਚ ਆਇਆ। ਸਾਰੀ ਆਤਮਾਵਾਂ ਦੀ ਸ਼ਾਂਤੀ ਦੀ ਸ਼ਕਤੀ ਨਾਲ ਪਾਲਣਾ ਕੀਤੀ ਹੈ ਜਾਂ ਇਹ ਹੀ ਸੋਚਦੇ ਰਹੇ ਇੱਥੇ ਇਹ ਹੋਇਆ, ਉੱਥੇ ਇਹ ਹੋਇਆ। ਵਿਸ਼ੇਸ਼ ਆਤਮਾਵਾਂ ਨੂੰ ਅਜਿਹੇ ਸਮੇਂ ਦੇ ਸੇਵਾ ਦੀ ਅਤੀ ਜ਼ਰੂਰਤ ਹੈ। ਆਪਣੀ ਬ੍ਰਿਤੀ ਦੁਆਰਾ, ਮਨਸਾ ਸ਼ਕਤੀ ਦੁਆਰਾ ਵਿਸ਼ੇਸ਼ ਸੇਵਾ ਕੀਤੀ ਜਾਂ ਜਿਵੇਂ ਵਿਧੀ ਪੂਰਵਕ ਯਾਦ ਵਿੱਚ ਰਹਿੰਦੇ ਹੈ, ਸੇਵਾ ਕਰਦੇ ਹੈ, ਉਸੀ ਤਰ੍ਹਾਂ ਹੀ ਕੀਤੀ। ਤੁਸੀਂ ਰੂਹਾਨੀ ਸੋਸ਼ਲ ਵਰਕਰ ਵੀ ਹੈ ਤਾਂ ਰੂਹਾਨੀ ਸੋਸ਼ਲ ਵਰਕਰ ਨੇ ਆਪਣੀ ਵਿਸ਼ੇਸ਼ ਐਕਸਟਰਾ ਸੋਸ਼ਲ ਸੇਵਾ ਕੀਤੀ। ਇੰਨੀ ਆਪਣੀ ਜ਼ਿੰਮੇਵਾਰੀ ਸਮਝੀ ਜਾਂ ਪ੍ਰੋਗਰਾਮ ਮਿਲੇਗਾ ਤਾਂ ਕਰਾਂਗੇ। ਅਜਿਹੇ ਸਮੇਂ ਤੇ ਸੈਕਿੰਡ ਵਿੱਚ ਆਪਣੀ ਸੇਵਾ ਤੇ ਅਲਰਟ ਹੋ ਜਾਣਾ ਚਾਹੀਦਾ ਹੈ। ਇਹ ਹੀ ਤੁਸੀਂ ਪੂਰਵਜ ਆਤਮਾ ਦੀ ਜ਼ਿੰਮੇਵਾਰੀ ਹੈ। ਹੁਣ ਵੀ ਵਿਸ਼ੇਸ਼ ਵਿੱਚ ਬਾਬਾ ਆਖਦੇ ਨੇ, ਹੁਣ ਵੀ ਵਿਸ਼ਵ ਵਿੱਚ ਹਲਚਲ ਹੈ ਅਤੇ ਇਹ ਹਲਚਲ ਦਾ ਸਮੇਂ ਪ੍ਰਤੀ ਸਮਾਂ ਵਧਣੀ ਹੀ ਹੈ। ਤੁਸੀਂ ਆਤਮਾਵਾਂ ਦਾ ਫਰਜ਼ ਹੈ ਅਜਿਹੇ ਸਮੇਂ ਤੇ ਆਤਮਾ ਵਿੱਚ ਵਿਸ਼ੇਸ਼ ਸ਼ਾਂਤੀ ਦੀ ਸਹਿਨ ਸ਼ਕਤੀ ਦੀ ਹਿੰਮਤ ਭਰਨਾ, ਲਾਈਟ ਹਾਊਸ ਬਣ ਸਰਵ ਨੂੰ ਸ਼ਾਂਤੀ ਦੀ ਲਾਈਟ ਦੇਣਾ। ਸਮਝਾਇਆ ਕੀ ਕਰਨਾ ਹੈ। ਹੁਣ ਆਪਣੀ ਜ਼ਿੰਮੇਵਾਰੀ ਅਤੇ ਫਰਜ਼ ਅਦਾਈ ਅਤੇ ਤੀਵਰ ਗਤੀ ਨਾਲ ਪਾਲਣਾ ਕਰੋ, ਜਿਸ ਨਾਲ ਆਤਮਾਵਾਂ ਨੂੰ ਰੂਹਾਨੀ ਸ਼ਕਤੀ ਦੀ ਰਾਹਤ ਮਿਲੇ। ਜਲਦੇ ਹੋਏ ਦੁੱਖਾਂ ਦੀ ਅੱਗ ਵਿੱਚ ਸ਼ੀਤਲ ਜਲ ਭਰਨ ਦਾ ਅਨੁਭਵ ਕਰਨ। ਇਹ ਫਰਜ਼ ਅਦਾਈ ਕਰ ਸਕਦੇ ਹੈ, ਦੂਰ ਤੋਂ ਹੀ ਕਰ ਸਕਦੇ ਹੈ ਜਾਂ ਸਾਹਮਣੇ ਆਉਣ ਤਾਂ ਕਰਾਂਗੇ। ਸ੍ਰੇਸ਼ਟ ਸ਼ਕਤੀਸ਼ਾਲੀ ਸਥਿਤੀ ਦੁਆਰਾ ਪਰਿਸਥਿਤੀਆਂ ਨੂੰ ਪਾਰ ਕਰਨ ਦੀ ਸ਼ਕਤੀ ਅਨੁਭਵ ਕਰਵਾਓ।
ਅੱਛਾ, ਚਾਰੇ ਪਾਸੇ ਦੇ ਸਰਵ ਆਦਿ ਦੇਵ ਬ੍ਰਹਮਾ ਦੇ ਮਦਦਗਾਰ ਆਦਿ ਆਤਮਾਵਾਂ ਨੂੰ, ਸਰਵ ਆਤਮਾਵਾਂ ਦੇ ਫਾਊਂਡੇਸ਼ਨ ਪੂਰਵਜ ਆਤਮਾਵਾਂ ਨੂੰ, ਹਮੇਸ਼ਾ ਸਰਵ ਆਤਮਾ ਪ੍ਰਤੀ ਬੇਹੱਦ ਸੇਵਾ ਦੀ ਸ੍ਰੇਸ਼ਟ ਬ੍ਰਿਤੀ ਰੱਖਣ ਵਾਲੀ ਆਤਮਾਵਾਂ ਨੂੰ, ਸਰਵ ਰੂਹਾਨੀ ਸੋਸ਼ਲ ਸੇਵਾਧਾਰੀ ਆਤਮਾਵਾਂ ਨੂੰ ਬਾਪ ਦਾਦਾ ਦਾ ਯਾਦ ਪਿਆਰ ਅਤੇ ਨਮਸਤੇ। ਰੂਹਾਨੀ ਬਾਪ ਦਾਦਾ ਨੂੰ ਬੱਚਿਆਂ ਦਾ ਯਾਦ ਪਿਆਰ ਅਤੇ ਨਮਸਤੇ ਜੀ। ਦਾਦੀਆਂ ਨਾਲ ਮੁਲਾਕਾਤ। ਵਰਤਮਾਨ ਸਮੇਂ ਅਸ਼ਾਂਤ ਆਤਮਾਵਾਂ ਨੂੰ ਸ਼ਾਂਤੀ ਦੇਣਾ ਇਹੀ ਸਾਰੀਆਂ ਦਾ ਵਿਸ਼ੇਸ਼ ਕੰਮ ਹੈ। ਰਹਿਮ ਦਿਲ ਬਾਪ ਦੇ ਬੱਚਿਆਂ ਨੂੰ ਸਰਵ ਆਤਮਾਵਾਂ ਦੇ ਪ੍ਰਤੀ ਰਹਿਮ ਆਉਂਦਾ ਹੈ ਨਾ। ਰਹਿਮ ਦਿਲ ਕੀ ਕਰਦਾ ਹੈ? ਰਹਿਮ ਦਾ ਅਰਥ ਹੀ ਹੈ ਕਿਸੇ ਵੀ ਕਿਸਮ ਦੀ ਹਿੰਮਤ ਦੇਣਾ, ਨਿਰਬਲ ਆਤਮਾ ਨੂੰ ਬਲ ਦੇਣਾ। ਤਾਂ ਆਤਮਾਵਾਂ ਦੇ ਦੁੱਖ ਦਾ ਸੰਕਲਪ ਤਾਂ ਮਾਸਟਰ ਸੁਖਦਾਤਾ ਆਤਮਾਵਾਂ ਦੇ ਕੋਲ ਪਹੁੰਚਦਾ ਹੀ ਹੈ। ਜਿਵੇਂ ਉੱਥੇ ਦੁੱਖ ਦੀ ਲਹਿਰ ਹੈ, ਇਵੇਂ ਹੀ ਵਿਸ਼ੇਸ਼ ਆਤਮਾ ਵਿੱਚ ਸੇਵਾ ਦੀ ਵਿਸ਼ੇਸ਼ ਲਹਿਰ ਚਲਾ ਦੇਣਾ ਹੈ। ਕੁਝ ਕਰਨਾ ਹੈ, ਕੀ ਕੀਤਾ, ਉਹ ਹਰ ਇੱਕ ਨੂੰ ਸੇਵਾ ਦਾ ਐਕਸਟਰਾ ਚਾਰਟ ਚੈੱਕ ਕਰਨਾ ਚਾਹੀਦਾ ਹੈ। ਜਿਵੇਂ ਸਾਧਨਾ, ਜਿਵੇਂ ਸਧਾਰਨ ਸੇਵਾ ਚੱਲਦੀ ਹੈ ਉਹ ਤਾਂ ਚੱਲਦੀ ਹੈ, ਪਰ ਵਰਤਮਾਨ ਸਮੇਂ ਵਾਯੂਮੰਡਲ ਦੁਆਰਾ ਬ੍ਰਿਤੀ ਦੁਆਰਾ ਸੇਵਾ ਦਾ ਵਿਸ਼ੇਸ਼ ਅਟੈਂਸ਼ਨ ਰੱਖੋ। ਬਾਬਾ ਆਖਦੇ ਨੇ ਭਾਵੇਂ ਕੋਈ ਵੀ ਧਰਮ ਦੀਆਂ ਆਤਮਾਵਾਂ ਹੈ, ਪਰ ਜੜ ਤਾਂ ਇੱਕ ਹੀ ਹੈ। ਇਹ ਲਹਿਰ ਹੈ, ਨਹੀਂ ਹੈ। ਅਟੈਂਸ਼ਨ ਪਲੀਜ਼। ਅਵਿਅਕਤ ਬਾਪ ਦਾਦਾ ਦੀ ਪਰਸਨਲ ਮੁਲਾਕਾਤ। ਵਿਅਰਥ ਦੇ ਪ੍ਰਭਾਵ ਵਿੱਚ ਆਉਣ ਵਾਲੇ ਨਹੀਂ, ਆਪਣਾ ਸ੍ਰੇਸ਼ਟ ਪ੍ਰਭਾਵ ਪਾਉਣ ਵਾਲੇ ਬਣੋ। ਹਮੇਸ਼ਾ ਆਪਣੇ ਨੂੰ ਪੁਰਸ਼ਾਰਥ ਵਿੱਚ ਅੱਗੇ ਵਧਾਉਣ ਵਾਲੀ ਆਤਮਾਵਾਂ ਹਾਂ, ਇਵੇਂ ਅਨੁਭਵ ਕਰਦੇ ਹੈ। ਪੁਰਸ਼ਾਰਥ ਵਿੱਚ ਕਦੀ ਵੀ ਠਹਿਰਨ ਦੀ ਕਲਾ ਜਾਂ ਉਤਰਦੀ ਕਲਾ ਇਵੇਂ ਨਹੀਂ ਹੋਣਾ ਚਾਹੀਦਾ। ਕਦੀ ਬਹੁਤ ਚੰਗਾ, ਕਦੀ ਚੰਗਾ, ਕਦੀ ਥੋੜਾ ਚੰਗਾ, ਇਵੇਂ ਨਹੀਂ। ਹਮੇਸ਼ਾ ਬਹੁਤ ਚੰਗਾ, ਕਿਉਂਕਿ ਸਮਾਂ ਘੱਟ ਹੈ ਅਤੇ ਸੰਪੂਰਨ ਬਣਨ ਦੀ ਮੰਜ਼ਿਲ ਸ੍ਰੇਸ਼ਟ ਹੈ। ਤਾਂ ਆਪਣਾ ਵੀ ਪੁਰਸ਼ਾਰਥ ਦੀ ਗਤੀ ਤੀਵਰ ਕਰਨੀ ਪਏ। ਪੁਰਸ਼ਾਰਥ ਤੇ ਤੀਵਰ ਗਤੀ ਦੀ ਨਿਸ਼ਾਨੀ ਹੈ ਕਿ ਉਹ ਹਮੇਸ਼ਾ ਡਬਲ ਲਾਈਟ ਹੋਵੇਗਾ, ਕਿਸੇ ਵੀ ਪ੍ਰਕਾਰ ਦਾ ਬੋਝ ਨਹੀਂ ਅਨੁਭਵ ਕਰੇਗਾ। ਭਾਵੇਂ ਪ੍ਰਕਿਰਤੀ ਦੁਆਰਾ ਕੋਈ ਪਰਿਸਥਿਤੀ ਆਵੇ, ਭਾਵੇਂ ਵਿਅਕਤੀਆਂ ਦੁਆਰਾ ਕੋਈ ਪਰਿਸਥਿਤੀ ਆਵੇ, ਪਰ ਹਰ ਪਰਿਸਥਿਤੀ ਸਵੈ ਸਥਿਤੀ ਦੇ ਅੱਗੇ ਕੁਝ ਵੀ ਅਨੁਭਵ ਨਹੀਂ ਹੋਵੇਗੀ। ਸਵੈ ਸਥਿਤੀ ਦੀ ਸ਼ਕਤੀ ਪਰਿਸਥਿਤੀ ਤੇ ਬਹੁਤ ਉੱਚੀ ਹੈ। ਕਿਉਂ? ਉਹ ਸਵੈ ਹੈ, ਉਹ ਪਰ ਹੈ। ਆਪਣੀ ਸ਼ਕਤੀ ਭੁੱਲ ਜਾਂਦੇ ਹੈ ਤਾਂ ਹੀ ਪਰਿਸਥਿਤੀ ਵੱਡੀ ਲੱਗਦੀ ਹੈ। ਹਮੇਸ਼ਾ ਡਬਲ ਲਾਈਟ ਦਾ ਅਰਥ ਹੀ ਹੈ ਕਿ ਲਾਈਟ ਮਤਲਬ ਉੱਚ ਰਹਿਣ ਵਾਲੇ। ਹਲਕਾ ਹਮੇਸ਼ਾ ਉੱਚਾ ਜਾਂਦਾ ਹੈ, ਬੋਝ ਵਾਲਾ ਹਮੇਸ਼ਾ ਥੱਲੇ ਜਾਂਦਾ ਹੈ। ਆਧਾ ਕਲਪ ਦਾ ਤਾਂ ਥੱਲੇ ਹੀ ਆਉਂਦੇ ਰਹੇ ਨਾ, ਪਰ ਹੁਣ ਸਮਾਂ ਹੈ ਉੱਚ ਜਾਣ ਦਾ। ਤਾਂ ਕੀ ਕਰਨਾ ਹੈ? ਹਮੇਸ਼ਾ ਉੱਪਰ। ਸਰੀਰ ਵਿੱਚ ਵੀ ਵੇਖੋ ਤਾਂ ਆਤਮਾ ਦਾ ਨਿਵਾਸ ਸਥਾਨ ਉੱਪਰ ਹੈ, ਉੱਚਾ ਹੈ, ਪੈਰਾਂ ਵਿੱਚ ਤਾਂ ਨਹੀਂ ਹੈ। ਜਿਵੇਂ ਸਰੀਰ ਵਿੱਚ ਆਤਮਾ ਦਾ ਸਥਾਨ ਉੱਚਾ ਹੈ, ਇਵੇਂ ਸਥਿਤੀ ਵੀ ਹਮੇਸ਼ਾ ਉੱਚੀ ਰਹੇ। ਬ੍ਰਾਹਮਣਾਂ ਦੀ ਨਿਸ਼ਾਨੀ ਵੀ ਉੱਚੀ ਚੋਟੀ ਵਿਖਾਉਂਦੇ ਹੈ ਨਾ। ਚੋਟੀ ਦਾ ਅਰਥ ਹੈ ਉੱਚ, ਤਾਂ ਸਥੂਲ ਨਿਸ਼ਾਨੀ ਇਸ ਲਈ ਵਿਖਾਈ ਹੈ ਕਿ ਸਥਿਤੀ ਉੱਚੀ ਹੈ। ਸ਼ੂਦਰ ਨੂੰ ਥੱਲੇ ਵਿਖਾਉਂਦੇ ਹੈ, ਬ੍ਰਾਹਮਣ ਨੂੰ ਉੱਚਾ ਵਿਖਾਉਂਦੇ ਹੈ। ਤਾਂ ਬ੍ਰਾਹਮਣਾਂ ਦਾ ਸਥਾਨ ਅਤੇ ਸਥਿਤੀ ਦੋਨੋਂ ਉੱਚੀ ਹੈ। ਜੇਕਰ ਸਥਾਨ ਦੀ ਯਾਦ ਹੋਵੇਗੀ ਤਾਂ ਸਥਿਤੀ ਆਪੇ ਹੀ ਉੱਚੀ ਹੋ ਜਾਵੇਗੀ। ਬ੍ਰਾਹਮਣਾਂ ਦੀ ਦ੍ਰਿਸ਼ਟੀ ਵੀ ਹਮੇਸ਼ਾ ਉੱਪਰ ਰਹਿੰਦੀ ਹੈ, ਕਿਉਂਕਿ ਆਤਮਾ ਆਤਮਾਵਾਂ ਨੂੰ ਵੇਖਦੀ ਹੈ। ਆਤਮਾਵਾਂ ਉੱਪਰ ਹੈ ਤਾਂ ਦ੍ਰਿਸ਼ਟੀ ਵੀ ਉੱਪਰ ਜਾਵੇਗੀ। ਕਦੀ ਵੀ ਕਿਸੇ ਤੋਂ ਮਿਲਦੇ ਹੈ ਜਾਂ ਗੱਲ ਕਰਦੇ ਹੈ ਤਾਂ ਆਤਮਾ ਨੂੰ ਵੇਖਦੇ ਗੱਲ ਕਰਦੇ ਹੈ, ਆਤਮਾ ਨਾਲ ਗੱਲ ਕਰਦੇ ਹੈ। ਤੁਹਾਡੀ ਦ੍ਰਿਸ਼ਟੀ ਆਤਮਾ ਦੇ ਵੱਲ ਜਾਂਦੀ ਹੈ। ਆਤਮਾ ਮਸਤਕ ਵਿੱਚ ਹੈ ਤਾਂ ਉੱਚੀ ਸਥਿਤੀ ਵਿੱਚ ਸਥਿਤ ਰਹਿਣਾ ਸਹਿਜ ਹੈ। ਬਾਬਾ ਆਖਦੇ ਨੇ ਜਦ ਇਵੇਂ ਸਥਿਤੀ ਹੋ ਜਾਂਦੀ ਹੈ ਤਾਂ ਥੱਲੇ ਦੀਆਂ ਗੱਲਾਂ ਤੋਂ, ਥੱਲੇ ਦੇ ਵਾਯੂਮੰਡਲ ਤੋਂ ਹਮੇਸ਼ਾ ਹੀ ਦੂਰ ਰਹਿਣਗੇ, ਉਸ ਦੇ ਪ੍ਰਭਾਵ ਵਿੱਚ ਨਹੀਂ ਆਉਣਗੇ। ਅੱਛਾ ਪ੍ਰਭਾਵ ਪੈਂਦਾ ਹੈ ਜਾਂ ਖਰਾਬ ਵੀ ਪੈ ਜਾਂਦਾ ਹੈ। ਜੇਕਰ ਪ੍ਰਵਿਰਤੀ ਵਿੱਚ ਖਰਾਬ ਵਾਯੂਮੰਡਲ ਹੋਵੇ ਫਿਰ ਕੀ ਕਰਦੇ ਹੈ? ਪ੍ਰਭਾਵਿਤ ਹੁੰਦੇ ਹੈ। ਖਰਾਬ ਨੂੰ ਚੰਗਾ ਬਣਾਉਣ ਵਾਲੇ ਹੈ ਜਾਂ ਪ੍ਰਭਾਵ ਵਿੱਚ ਆਉਣ ਵਾਲੇ ਹੈ, ਕਿਉਂਕਿ ਮਾਇਆ ਵੀ ਵੇਖਦੀ ਹੈ ਕਿ ਅੱਛਾ ਉਂਗਲੀ ਤਾਂ ਫੜ ਲਿੱਤੀ ਹੈ, ਉਂਗਲੀ ਤੇ ਬਾਅਦ ਹੱਥ ਫੜੇਗੀ, ਹੱਥ ਤੇ ਬਾਅਦ ਪੈਰ ਫੜ ਲਵੇਗੀ। ਇਸ ਲਈ ਪ੍ਰਭਾਵ ਵਿੱਚ ਨਹੀਂ ਆਉਣਾ, ਪ੍ਰਭਾਵ ਵਿੱਚ ਆਉਣ ਵਾਲੇ ਨਹੀਂ, ਸ੍ਰੇਸ਼ਟ ਪ੍ਰਭਾਵ ਪਾਉਣ ਵਾਲੇ।
ब्राह्मण आत्मा माना हमेशा डबल लाइट ऊंचा रहने वाले आगे उड़ते चलो। अच्छा, सब खुश रहते है ना, दुख ਦੀ ਲਹਿਰ ਤਾਂ ਨਹੀਂ ਆਉਂਦੀ, ਕਿਉਂਕਿ ਜੋ ਦੁੱਖ ਧਾਮ ਛੱਡ ਚੱਲੇ ਉਹਨਾਂ ਦੇ ਕੋਲ ਦੁੱਖ ਦੀ ਲਹਿਰ ਕਿਵੇਂ ਆ ਸਕਦੀ ਹੈ। ਸੰਗਮ ਤੇ ਦੁੱਖ ਧਾਮ ਅਤੇ ਸੁਖ ਧਾਮ ਦੋਨੋਂ ਦਾ ਗਿਆਨ ਹੈ, ਦੋਨੋਂ ਦੇ ਨੌਲੇਜਫੁਲ ਸ਼ਕਤੀਸ਼ਾਲੀ ਆਤਮਾਵਾਂ ਹੈ। ਗਲਤੀ ਨਾਲ ਵੀ ਦੁੱਖ ਵਿੱਚ ਆ ਜਾ ਨਹੀਂ ਸਕਦੇ। ਹਮੇਸ਼ਾ ਖੁਸ਼ ਰਹਿਣ ਵਾਲਿਆਂ ਦੇ ਕੋਲ ਦੁੱਖ ਦੀ ਲਹਿਰ ਕਦੀ ਆ ਨਹੀਂ ਸਕਦੀ। ਅੱਛਾ, ਸੇਵਾ ਅਤੇ ਸਵੈ ਉન્નਤੀ ਦੋਨਾਂ ਦਾ ਬੈਲੈਂਸ ਰੱਖੋ। ਇਵੇਂ ਨਹੀਂ ਸੇਵਾ ਵਿੱਚ ਮਸਤ ਹੋ ਗਏ ਤਾਂ ਸਵੈ ਉન્નਤੀ ਭੁੱਲ ਗਏ। ਸੇਵਾ ਦਾ ਸ਼ੌਂਕ ਜ਼ਿਆਦਾ ਹੈ ਪਰ ਦੋਨਾਂ ਦਾ ਬੈਲੈਂਸ ਸਮਝਾਇਆ। ਚੰਗਾ ਚੱਲ ਰਹੇ ਹੈ ਪਰ ਸਿਰਫ ਚੰਗੇ ਤੱਕ ਨਹੀਂ ਰਹਿਣਾ, ਹੋਰ ਚੰਗੇ ਤੇ ਚੰਗਾ। ਅੱਜ ਦਾ ਵਰਦਾਨ ਹੈ, ਆਪਣੀ ਜੀਵਨ ਨੂੰ ਹੀਰੇ ਸਮਾਨ ਵੈਲਿਊਬਲ ਬਣਾਉਣ ਵਾਲੇ ਸਮ੍ਰਿਤੀ ਅਤੇ ਵਿਸਮ੍ਰਿਤੀ ਦੇ ਚੱਕਰ ਤੋਂ ਮੁਕਤ ਭਵ। ਆਪਣੀ ਜੀਵਨ ਨੂੰ ਹੀਰੇ ਸਮਾਨ ਵੈਲਿਊਬਲ ਬਣਾਉਣ ਵਾਲੇ ਸਮ੍ਰਿਤੀ ਅਤੇ ਵਿਸਮ੍ਰਿਤੀ ਦੇ ਚੱਕਰ ਤੋਂ ਮੁਕਤ ਭਵ। ਅੱਜ ਬਾਬਾ ਆਖਦੇ ਨੇ, ਇਹ ਸੰਗਮ ਯੁੱਗ ਸਮ੍ਰਿਤੀ ਦਾ ਯੁੱਗ ਹੈ ਅਤੇ ਕਲਯੁੱਗ ਵਿਸਮ੍ਰਿਤੀ ਦਾ ਯੁੱਗ ਹੈ। ਜੇਕਰ ਆਪਣੇ ਸ੍ਰੇਸ਼ਟ ਭਾਗ ਦੀ ਹਮੇਸ਼ਾ ਸਮ੍ਰਿਤੀ ਹੈ ਤਾਂ ਹੀਰੇ ਸਮਾਨ ਵੈਲਿਊਬਲ ਹੈ, ਅਤੇ ਜੇਕਰ ਵਿਸਮ੍ਰਿਤੀ ਹੈ ਤਾਂ ਪੱਥਰ ਹੈ। ਇਹ ਸਮ੍ਰਿਤੀ ਅਤੇ ਵਿਸਮ੍ਰਿਤੀ ਦਾ ਖੇਡ ਹੈ। ਸੰਗਮ ਯੁੱਗ ਤੇ ਰਹਿਵਾਸੀ ਕਦੀ ਕਲਯੁੱਗ ਵਿੱਚ ਚੱਕਰ ਲਗਾਉਣ ਜਾ ਨਹੀਂ ਸਕਦੇ। ਜੇ ਥੋੜਾ ਵੀ ਬੁੱਧੀ ਗਈ ਤਾਂ ਚੱਕਰ ਵਿੱਚ ਫਸ ਜਾਣਗੇ, ਕਿਉਂਕਿ ਕਲਯੁੱਗ ਵਿੱਚ ਬਹੁਤ ਰੌਣਕ ਹੈ ਪਰ ਉਹ ਰੌਣਕ ਧੋਖਾ ਦੇਣ ਵਾਲੀ ਹੈ। ਸਲੋਗਨ ਹੈ ਅੱਜ ਦਾ, ਆਪਣੀ ਕਰਮ ਇੰਦਰੀਆਂ ਨੂੰ ਲਾ ਅਤੇ ਆਰਡਰ ਪ੍ਰਮਾਣ ਚਲਾਉਣ ਵਾਲੇ ਹੀ ਸੱਚੇ ਰਾਜਯੋਗੀ ਹੈ। ਆਪਣੀ ਕਰਮ ਇੰਦਰੀਆਂ ਨੂੰ ਲਾ ਅਤੇ ਆਰਡਰ ਪ੍ਰਮਾਣ ਚਲਾਉਣ ਵਾਲੇ ਹੀ ਸੱਚੇ ਰਾਜਯੋਗੀ ਹੈ। ਅੱਛਾ, ਓਮ ਸ਼ਾਂਤੀ।